शाह दी कंजरी, लेखका अमृता प्रीतम। ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ। ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ 'ਚ ਜਵਾਨੀ ਚੜ੍ਹੀ ਸੀ ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ 5000 ਤੋਂ ਉਹਦੀ ਨੱਥ ਲੱਥੀ ਸੀ ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂ ਦਿੱਤਾ ਸੀ। ਪਰ ਫਿਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ 'ਚ ਆ ਗਈ। ਉਹੀ ਉਹ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋਂ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ। ਸਾਰਿਆਂ ਦੇ ਮੂੰਹ ਤੋਂ ਸੁਣੀਦਾ ਸੀ, ਸ਼ਾਹ ਦੀ ਕੰਜਰੀ ਲੋਹੜੇ ਦਾ ਗਾਉਂਦੀ ਸੀ। ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ 'ਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ, ਪਰ ਸਾਰੇ ਘਰ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹੋ ਕਹਿੰਦਾ, ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ। ਗੁੱਝੀ ਛਿਪੀ ਗੱਲ ਨਹੀਂ ਸੀ। ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ, ਸਿਰਫ ਪਤਾ ਨਹੀਂ ਸੀ, ਹੁਣ ਤੇ ਗੱਲ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਹੋ ਗਿਆ ਸੀ, ਜਦੋਂ ਕੁੱਛੜ ਹੁੰਦਾ ਸੀ ਤੇ ਸ਼ਾਹਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ। ਪਰ ਸ਼ਾਹ ਨੇ ਉਹਦੇ ਗਲ 'ਚ ਮੋਤੀਆਂ ਦਾ ਹਾਰ ਪਾ ਕੇ ਆਖਿਆ ਸੀ, ਸ਼ਾਹਣੀਏ, ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜੁਆਰੀਏ ਦੀ ਏ, ਜੁਆਰੀਏ ਦੀ। ਤੇ ਮੈਨੂੰ ਪਤਾ ਹੈ ਕਿ ਕਿਹੜੀ ਚੀਜ਼ ਲੱਖੋਂ ਕੱਖ ਕਰਦੀ ਏ ਤੇ ਕਿਹੜੀ ਕੱਖੋਂ ਲੱਖ। ਜੇ ਸਿੱਧੀ ਪੈ ਗਈ ਤੇ ਕੱਖੋਂ ਲੱਖ, ਤੇ ਜੇ ਪੁੱਠੀ ਪੈ ਗਈ ਤੇ ਲੱਖੋਂ ਕੱਖ ਹੁੰਦਿਆਂ ਟਾਈਮ ਨਹੀਂ ਲੱਗਣਾ। ਸ਼ਾਹਣੀ ਨੇ ਛਾਤੀ ਤੇ ਸੱਲ ਨੂੰ ਸਹਿ ਕੇ ਉਹਦੀ ਦਲੀਲ ਨੂੰ ਸੁਣਿਆ ਤੇ ਸ਼ਾਹ ਕਹਿੰਦਾ, ਮੈਂ ਤੇ ਸਗੋਂ ਡਰਨਾ। ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ ਵਿਖਾਤੇ ਤੇ ਹੱਥੋਂ ਨਿਕਲ ਜਾਣੀਆਂ, ਫੇਰ ਐਵੇਂ ਲੱਖੋਂ ਕੱਖ ਹੋ ਜਾਗੇ। ਸ਼ਾਹ ਨੇ ਫਿਰ ਆਪਣੀ ਦਲੀਲ ਦਿੱਤੀ ਤੇ ਸ਼ਾਹਣੀ ਕੋਲ ਹੋਰ ਕੋਈ ਦਲੀਲ ਨਾ ਰਹਿ ਗਈ, ਸਿਰਫ ਵਕਤ ਕੋਲ ਰਹਿ ਗਈ ਸੀ ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀ ਮੁੱਚੀ ਜਿੰਨੇ ਪੈਸੇ ਨੀਲਮ ਤੇ ਰੋੜਦਾ, ਉਸ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿੱਥੋਂ ਰੁੜ ਕੇ ਉਹਦੇ ਆਪਣੇ ਘਰ ਆ ਜਾਂਦੇ। ਅੱਗੇ ਉਹਦੀ ਛੋਟੀ ਜਿਹੀ ਦੁਕਾਨ ਸ਼ਹਿਰ ਦੇ ਛੋਟੇ ਬਾਜ਼ਾਰ 'ਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ 'ਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਸੀ ਉਹਦੀ। ਘਰ ਦੀ ਥਾਵੇਂ ਪੂਰਾ ਮੁਹੱਲਾ ਸੀ ਉਹਦਾ, ਜਿਹਦੇ 'ਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ ਤੇ ਜਿਹਦੇ 'ਚ ਤਹਿਖਾਨੇ ਵਾਲਾ ਘਰ ਸੀ, ਜਿਸ ਦਾ ਵਸਾਹ ਉਹਦੀ ਸ਼ਾਹਣੀ ਨਹੀਂ ਸੀ ਖਾਂਦੀ। ਬੜੇ ਵਰੇ ਹੋਏ ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜਿੰਦਰਾ ਮਾਰਦਿਆਂ ਸ਼ਾਹ ਨੂੰ ਆਖਿਆ ਸੀ, ਉਹਨੂੰ ਭਾਵੇਂ ਹੋਟਲ 'ਚ ਰੱਖ ਤੇ ਭਾਵੇਂ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀ। ਉਹਨੂੰ ਮੇਰੇ ਘਰ ਨਾ ਵਾੜੀ, ਮੈਂ ਉਹਦੇ ਮੱਥੇ ਨਹੀਂ ਲੱਗਣਾ। ਤੇ ਸੱਚੀ ਮੁੱਚੀ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤ ਜੇ ਸਕੂਲੇ ਪੜ੍ਹਦਾ ਸੀ ਤੇ ਅੱਜ ਉਹ ਵਿਆਹੁਣ ਜੋਗਾ ਹੋ ਗਿਆ। ਪਰ ਸ਼ਾਹਣੀ ਨੇ ਤਾਂ ਉਹਦੇ ਗਾਉਣ ਵਾਲੇ ਤਵੇ ਵੀ ਨਹੀਂ ਸੀ ਘਰ ਵੜਨ ਦਿੱਤੇ, ਨਾ ਕਿਸੇ ਨੂੰ ਘਰ 'ਚ ਉਹਦਾ ਨਾਂ ਲੈਣ ਦਾ ਹੁਕਮ ਸੀ। ਉਂਝ ਉਹਦੇ ਪੁੱਤਰਾਂ ਨੇ ਹੱਟੀ ਉੱਟੀ ਇੱਧਰ ਉੱਧਰ ਗਾਉਣ ਸੁਣੇ ਸੀ ਤੇ ਜਣੇ ਖਾਣੇ ਕੋਲੋਂ ਸੁਣਿਆ ਵੀ ਸੀ, ਸ਼ਾਹ ਦੀ ਕੰਜਰੀ। ਵੱਡੇ ਪੁੱਤ ਦਾ ਵਿਆਹ ਸੀ। ਘਰ 4 ਮਹੀਨਿਆਂ ਤੋਂ ਦਰਜੀ ਬੈਠੇ ਸਨ, ਕੋਈ ਸੂਟਾਂ ਤੇ ਸਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ, ਕੋਈ ਦੁਪੱਟਿਆਂ ਤੇ ਸਿਤਾਰੇ ਮੜ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਸਨ, ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਫੇਰ ਹੋਰ ਥੈਲੀ ਭਰਨ ਤਹਿਖਾਨੇ 'ਚ ਚਲੀ ਜਾਂਦੀ। ਸ਼ਾਹ ਦੇ ਯਾਰਾਂ ਨੇ ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ, ਫਿਰ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗਵਾਉਣੀ ਆ। ਉਂਝ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ, ਤਾਂ ਕਿ ਸ਼ਾਹਣੀ ਕਿਤੇ ਵੱਟ ਨਾ ਖਾ ਜਾਏ। ਉਂਝ ਤਾਂ ਸ਼ਾਹ ਜੀ ਬਥੇਰੀਆਂ ਗਾਉਣ ਨੱਚਣ ਵਾਲੀਆਂ, ਪਰ ਜਿਹਨੂੰ ਮਰਜ਼ੀ ਬੁਲਾ ਲਿਓ, ਪਰ ਮਲਕਾ-ਏ ਤਰੰਨਮ ਜ਼ਰੂਰ ਆਉਣੀ ਚਾਹੀਦੀ ਆ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਸੁਣਾ ਕੇ ਚਲੀ ਜਾਵੇ। ਫਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ, ਉੱਥੇ ਬੜੇ ਅੰਗਰੇਜ਼ ਆਉਂਦੇ ਸੀ। ਉੱਥੇ ਕੱਲੇ-ਕੱਲੇ ਵੱਡੇ-ਵੱਡੇ ਕਮਰੇ ਸਨ ਤੇ ਉਹਨਾਂ ਵੱਡੇ ਕਮਰਿਆਂ ਵਿੱਚੋਂ 3-3 ਕਮਰਿਆਂ ਦਾ ਸੈੱਟ ਵੀ ਸੀ। ਇਹੋ ਜਿਹੀ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਰਾਤ ਨੂੰ ਮਹਿਫਲ ਰੱਖ ਲਊਗਾ। ਇਹ ਤੇ ਚਵਾਰੇ ਤੇ ਜਾਣ ਵਾਲੀ ਗੱਲ ਹੋਈ ਨਾ। ਇੱਕ ਨੇ ਉਜ਼ਰ ਕੀਤਾ ਤਾਂ ਸਾਰੇ ਬੋਲ ਪਏ, ਨਹੀਂ ਸ਼ਾਹ ਜੀ, ਉਹ ਤਾਂ ਸਿਰਫ ਤੁਹਾਡਾ ਹੱਕ ਬਣਦਾ ਹੈ। ਅੱਗੇ ਕਦੀ ਅਸੀਂ ਇੰਨੇ ਵਾਰੇ ਆਖਿਆ ਵੀ ਉੱਥੇ ਜਾਣਾ, ਤਾਂ ਅਸੀਂ ਤੇ ਨਾਮ ਹੀ ਨਹੀਂ ਲੈਂਦੇ। ਉਹ ਥਾਂ ਤੁਹਾਡੀ ਇਮਾਨਤ ਹੈ,
असां ते भतीजे दे विआह दी खुशी करनी है, ਉਹਨੂੰ ਖਾਨਦਾਨੀ ਘਰ ਆਵਾਂਗਾ, ਆਪਣੇ ਘਰ ਬੁਲਾਓ, ਸਾਡੀ ਭਾਬੀ ਦੇ ਘਰ। ਗੱਲ ਸ਼ਾਹ ਦੇ ਮਨ ਨੂੰ ਲੱਗ ਗਈ, ਇਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ। ਭਾਵੇਂ ਉਹਦੇ ਆਪਣੇ ਕੰਨੀਏ ਭਿਣਕ ਪੈਂਦੀ ਰਹਿੰਦੀ ਸੀ ਵੀ ਉਹਦੀ ਗੈਰ ਹਾਜ਼ਰੀ 'ਚ ਕੋਈ ਹੋਰ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ, ਤੇ ਦੂਸਰਾ ਇਸ ਗੱਲੋਂ ਵੀ ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ ਉਹਦੇ ਘਰ ਦੀ ਤੜਕ ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ। ਦੋਸਤਾਂ ਯਾਰਾਂ 'ਚੋਂ ਦੋਵਾਂ ਨੇ ਇੱਕ ਹੋਰ ਰਾਹ ਕੱਢ ਲਿਆ। ਸ਼ਾਹਣੀ ਕੋਲ ਜਾ ਕੇ ਆਖਣ ਲੱਗੇ, ਭਾਬੀ ਤੂੰ ਮੁੰਡੇ ਦੇ ਵਿਆਹ ਦਾ ਗਾਉਣ ਨਹੀਂ ਬਿਠਾਉਣਾ, ਅਸੀਂ ਤੇ ਸਾਰੀ ਖੁਸ਼ੀ ਕਰਨੀ ਹੈ। ਸ਼ਾਹ ਨੇ ਸਲਾਹ ਬਣਾਈ ਹੈ ਵੀ ਰਾਤ ਯਾਰਾਂ ਦੀ ਮਹਿਫਲ ਨੀਲਮ ਦੇ ਪਾਸੇ ਲਾਉਣੀ ਆ। ਗੱਲ ਤਾਂ ਚੱਲ ਉਹਦੀ ਠੀਕ ਆ, ਪਰ ਐਵੇਂ ਉੱਥੇ ਹਜ਼ਾਰਾਂ ਉੱਜੜ ਜਾਣੇ ਆ। ਆਖਰ ਘਰ ਤੇ ਤੇਰਾ ਹੀ ਆ, ਅੱਗੇ ਉਹ ਕੰਜਰੀ ਨੂੰ ਥੋੜਾ ਖਵਾ ਲਿਆ। ਤੂੰ ਸਿਆਣੀ ਬਣ, ਉਹਨੂੰ ਗਾਉਣ ਵਜਾਉਣ ਲਈ ਇੱਥੇ ਬੁਲਾ ਲਾ ਇੱਕ ਦਿਨ, ਮੁੰਡੇ ਦੇ ਵਿਆਹ ਦੀ ਖੁਸ਼ੀ ਹੋ ਜੂ, ਨਾਲੇ ਰੁਪਈਏ ਉੱਜੜਨੋਂ ਬਚ ਜਾਣਗੇ। ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ। ਪਰ ਜਦੋਂ ਅਗਲਿਆਂ ਠਰਮੇ ਨਾਲ ਆਖਿਆ, ਇੱਥੇ ਤੇ ਭਾਬੀ ਤੇਰਾ ਰਾਜ ਹੈ, ਉਹ ਬਾਂਦੀ ਬਣ ਕੇ ਆਊਗੀ ਤੇਰੇ ਹੁਕਮ ਦੀ ਬੱਧੀ, ਤੇਰੇ ਪੁੱਤ ਦੀ ਖੁਸ਼ੀ ਲਈ। ਹੇਠੀ ਤੇ ਉਹਦੀ ਹੈ, ਤੇਰੀ ਕਾਹਦੀ? ਜੇ ਕਮੀ ਕਮੀਣ ਆਏ ਡੂਮ ਮਰਾਸੀ ਤੇ ਯੋ। ਗੱਲ ਸ਼ਾਹਣੀ ਦੇ ਮਨ ਨੂੰ ਲੱਗ ਗਈ। ਉਂਝ ਵੀ ਕਦੇ ਸੁੱਤਿਆਂ ਬੈਠਦਿਆਂ ਉਹਨੂੰ ਖਿਆਲ ਆਉਂਦਾ ਸੀ ਵੀ ਇੱਕ ਵਾਰੀ ਵੇਖਾਂ ਤੇ ਸਹੀ ਕਿਹੋ ਜਿਹੀ ਏ। ਉਹਨੇ ਕਦੀ ਵੇਖੀ ਨਹੀਂ ਸੀ, ਪਰ ਕਿਆਸੀ ਜ਼ਰੂਰ ਸੀ, ਭਾਵੇਂ ਡਰ ਕੇ ਸਹਿਮ ਕੇ, ਭਾਵੇਂ ਇੱਕ ਕਰੈਤ ਨਾਲ। ਤੇ ਸ਼ਹਿਰ 'ਚੋਂ ਲੰਘਦਿਆਂ ਕਈ ਵਾਰ ਕਦੀ ਕਿਸੇ ਕੰਜਰੀ ਨੂੰ ਟਾਂਗੇ 'ਚ ਬੈਠੀ ਨੂੰ ਵੇਖਣਾ ਤੇ ਉਹਨੇ ਸੋਚਣਾ, ਕੀ ਪਤਾ ਉਹੀ ਹੋਈ ਹੋਵੇ, ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ। ਉਹਦੇ ਮਨ 'ਚ ਘੁਲ ਜੇ ਗਈ ਗੱਲ, ਜੋ ਉਹਨੇ ਮੇਰਾ ਵਿਗਾੜਨਾ ਸੀ ਵਿਗਾੜ ਲਿਆ, ਹੁਣ ਕੀ ਲੈ ਜੂ ਮੇਰਾ, ਚੱਲ ਇੱਕ ਵਾਰਾਂ ਚੰਦਰੀ ਨੂੰ ਵੇਖਾਂ ਤੇ ਸਹੀ। ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, ਇੱਥੇ ਨਾ ਸ਼ਰਾਬ ਉੱਡੂਗੀ ਨਾ ਕਬਾਬ, ਭਲੇ ਘਰਾਂ ਵਾਂਗ ਜਿਵੇਂ ਗਾਉਣ ਬਹਿੰਦਾ ਉੱਦਾਂ ਗਾਉਣ ਬਿਠਾਉਂਗੀ, ਤੁਸੀਂ ਮਰਦ ਮਾਣੂ ਹੀ ਬਹਿ ਜਿਓ। ਉਹ ਆਵੇ ਸਿੱਧੀ ਗਾਉਂ ਕੇ ਤੁਰ ਜਵੇ, ਮੈਂ ਉਹੀਓ ਚਾਰ ਪਤਾਸੇ ਉਹਦੀ ਝੋਲੀ ਪਾਉਣੇ ਆ ਜਿਹੜੇ ਆ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਘੋੜੀਆਂ ਗਾਉਣ ਵਾਲੀਆਂ ਨੂੰ। ਇਹੋ ਹੀ ਤੇ ਭਾਬੀ ਅਸੀਂ ਕਹਿੰਦੇ ਆ। ਸ਼ਾਹ ਦੇ ਦੋਸਤਾਂ ਨੇ ਫਲਾਉਣੀ ਦਿੱਤੀ, ਤੇਰੀ ਸਿਆਣਪ ਨਾਲ ਹੀ ਘਰ ਬਣਿਆ, ਨਹੀਂ ਤੇ ਖੌਰੇ ਕੀ ਭਾਣਾ ਵਰਤ ਜਾਣਾ ਸੀ। ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਗੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ, ਵੱਡੇ ਕਮਰੇ 'ਚ ਚਿੱਟੀਆਂ ਚਾਦਰਾਂ ਵਿਛਾ ਕੇ ਅੱਧ ਵਿਚਕਾਰ ਢੋਲਕੀ ਰੱਖੀ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਸਨ। ਬੱਗੀ ਬੂਹੇ ਅੱਗੇ ਆ ਖਲੋਤੀ ਤਾਂ ਮੇਲਣਾ 'ਚੋਂ ਜੋ ਕਾਹਲੀਆਂ ਸਨ ਉਹ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ। ਨੀ ਬਦਸਗਨੀ ਕਿਉਂ ਕਰਦੀਆਂ ਜੇ, ਘੋੜੀ ਵਿੱਚੇ ਛੱਡਤੀ। ਸ਼ਾਹਣੀ ਨੇ ਦਬਕਾ ਜਿਹਾ ਮਾਰਿਆ, ਪਰ ਉਹਦੀ ਆਵਾਜ਼ ਉਹਨੂੰ ਆਪ ਨੂੰ ਵੀ ਮੱਠੀ ਜਿਹੀ ਲੱਗੀ, ਜਿਵੇਂ ਉਹਦੇ ਦਿਲ ਵਿੱਚ ਧਮਕ ਪਈ ਹੋਵੇ। ਉਹ ਪੌੜੀਆਂ ਚੜ੍ਹ ਕੇ ਬੂਹੇ ਤੱਕ ਗਈ ਸੀ। ਸ਼ਾਹਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸੁਆਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਨਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ। ਸਾਹਮਣੇ ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਤੇ ਸਿਰ ਤੋਂ ਪੈਰਾਂ ਤੱਕ ਢਲਕਵੀਂ ਹਰੇ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਿਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ 'ਚ ਫੈਲ ਗਿਆ ਹੋਵੇ। ਫਿਰ ਕੱਚ ਦੀਆਂ ਚੂੜੀਆਂ ਦੀ ਛਣ-ਛਣ ਹੋਈ ਤੇ ਸ਼ਾਹਣੀ ਨੇ ਵੇਖਿਆ ਇੱਕ ਗੋਰਾ ਗੋਰਾ ਹੱਥ ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ ਉਹਨੂੰ ਸਲਾਮ ਦੁਆ ਪਿਆ ਆਖਦਾ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼, ਬੜੀਆਂ ਮੁਬਾਰਕਾਂ ਸ਼ਾਹਣੀ, ਬੜੀਆਂ ਮੁਬਾਰਕਾਂ। ਉਹ ਬੜੀ ਛਮਕ ਜਿਹੀ ਸੀ, ਪਤਲੀ ਜਿਹੀ, ਹੱਥ ਲਾਇਆ ਦੂਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋ ਵਾਲੇ ਸਰਾਣੇ ਵਾਲਾ ਇਸ਼ਾਰਾ ਕਰਕੇ ਬੈਠਣ ਲਈ ਆਖਿਆ ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੜੀ ਬੇਡੌਲੀ ਲੱਗਦੀ ਪਈ ਹੈ। ਕਮਰੇ ਦੀ ਗੁੱਠੇ ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ 'ਚੋਂ ਵੀ ਕੁਝ ਮਰਦ ਸਨ। ਉਸ ਛਮਕ ਜਿਹੀ ਨੇ ਗੁੱਠ ਵੱਲ ਤੱਕ ਕੇ ਇੱਕ ਵਾਰ ਸਲਾਮ ਆਖੀ ਤੇ ਫਿਰ ਪਰਾਂ ਢੋ ਵਾਲੇ ਸਰਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫਿਰ ਛਣਕੀਆਂ। ਸ਼ਾਹਣੀ ਨੇ ਇੱਕ ਵਾਰ ਫਿਰ ਉਹਦੀਆਂ ਬਾਹਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫਿਰ ਸੁਭਾਵਿਕ ਹੀ
ਆਪਣੀਆਂ ਬਾਹਾਂ 'ਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ। ਕਮਰੇ 'ਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉਲਰ ਪਈਆਂ ਹੋਣ। ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ। ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉੱਤੇ ਕ੍ਰੋਧ ਆ ਗਿਆ। ਉਹ ਫਿਰ ਇੱਕ ਵਾਰੀ ਆਖਣਾ ਚਾਹੁੰਦੀ ਸੀ, ਨੀ ਬਦਸਗਨੀ ਕਿਉਂ ਕਰਦੀਆਂ ਜੇ, ਘੋੜੀਆਂ ਗਾਓ। ਔਰ ਉਹਦੀ ਆਵਾਜ਼ ਉਹਦੇ ਸੰਗ ਵਿੱਚ ਹੀ ਰਹਿ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਗ 'ਚ ਰਹਿ ਗਈ ਹੋਵੇ। ਕਮਰੇ 'ਚ ਚੁੱਪ ਛਾ ਗਈ। ਉਹ ਕਮਰੇ ਦੇ ਅੱਧ 'ਚ ਪਈ ਢੋਲਕੀ ਵੱਲ ਤੱਕਣ ਲੱਗ ਪਈ ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਈ। ਚੁੱਪ ਉਸੇ ਨੇ ਤੋੜੀ ਜਿਹਦੇ ਪਿੱਛੇ ਚੁੱਪ ਛਾ ਗਈ ਸੀ। ਮੈਂ ਤੇ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸਗਨ ਕਰਾਂਗੀ, ਕਿਉਂ ਸ਼ਾਹਣੀ? ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਲਈ। ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰੇ, ਤੇਰੀ ਮਾਂ ਵੇ ਸੁਹਾਗਣ ਤੇਰੇ ਸਗਨ ਕਰੇ। ਸ਼ਾਹਣੀ ਨੂੰ ਅਚਾਨਕ ਠਰਾਮਾ ਜਿਹਾ ਆ ਗਿਆ। ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹ ਸੀ ਤੇ ਉਹਦਾ ਮਰਦ ਵੀ ਸਿਰਫ ਉਹਦਾ ਮਰਦ ਸੀ। ਤਾਈਓ ਤਾਂ ਮਾਂ ਸੁਹਾਗਣ। ਸ਼ਾਹਣੀ ਹੱਸਦੇ ਜੇ ਮੂੰਹ ਨਾਲ ਉਹਦੇ ਅਸਲੋਂ ਸਾਹਮਣੇ ਬਹਿ ਗਈ ਜੋ ਇਸ ਵੇਲੇ ਉਹਦੇ ਪੁੱਤਰ ਦੇ ਸਗਨ ਕਰਦੀ ਪਈ ਸੀ। ਘੋੜੀ ਖਤਮ ਹੋਈ ਤਾਂ ਕਮਰੇ ਦੀ ਬੋਲ ਚਾਲ ਪਰਤ ਆਈ। ਫਿਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫਰਮਾਇਸ਼ ਆਈ, ਢੋਲਕੀ ਰੋੜੇ ਵਾਲਾ ਗੀਤ। ਮਰਦਾਂ ਵਾਲੇ ਪਾਸਿਓਂ ਫਰਮਾਇਸ਼ ਮਿਰਜ਼ੇ ਦੀ ਸਾਦੀ ਆਈ। ਗਾਉਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ ਅਣਸੁਣੀ ਕਰਤੀ ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰੌਂ ਵਿੱਚ ਆ ਗਈ, ਸ਼ਾਇਦ ਇਸ ਕਰਕੇ ਕਿ ਉਹਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਲਈ ਕਿਹਾ ਸੀ। ਮੇਲ ਆਈਆਂ ਔਰਤਾਂ 'ਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ। ਉਹ ਇੱਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ। ਪਰ ਇਹ ਆਵਾਜ਼ ਸ਼ਾਹਣੀ ਦੇ ਕੰਨਾਂ ਤੱਕ ਪਹੁੰਚ ਗਈ। ਸ਼ਾਹ ਦੀ ਕੰਜਰੀ, ਸ਼ਾਹ ਦੀ ਕੰਜਰੀ। ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ। ਇਹਨੇ ਨੂੰ ਢੋਲਕੀ ਦੀ ਆਵਾਜ਼ ਉੱਚੀ ਹੋ ਗਈ ਤੇ ਨਾਲ ਹੀ ਗਾਉਣ ਵਾਲੀ ਦੀ ਆਵਾਜ਼, ਸੂਹੇ ਵਿੱਚ ਰੇ ਵਾਲਿਆ ਮੈਂ ਕਹਿਨੀ ਆ। ਤੇ ਸ਼ਾਹਣੀ ਦਾ ਕਲੇਜਾ ਥੰਮ ਗਿਆ। ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਹੈ, ਸੁੱਖ ਨਾਲ ਅੱਜ ਘੋੜੀ ਚੜ੍ਹਨ ਵਾਲਾ ਮੇਰਾ ਪੁੱਤਰ। ਫਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੋ ਜਾਂਦਾ। ਗਾਉਣ ਵਾਲੀ ਕਦੇ ਔਰਤਾਂ ਦੀ ਫਰਮਾਇਸ਼ ਪੂਰੀ ਕਰਦੀ ਤੇ ਕਦੇ ਮਰਦਾਂ ਦੀ। ਗੀਤਾਂ ਦੀ ਗੱਲ ਹੋਰ ਸੀ, ਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ ਤਾਂ ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ 'ਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ। ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰਾਂ ਵਾਂਗ ਬੁੱਤ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ ਜਿਵੇਂ ਉਹ ਪੱਥਰ ਹੋ ਗਿਆ। ਸ਼ਾਹਣੀ ਦੇ ਕਲੇਜੇ 'ਚ ਹੌਲ ਪਿਆ ਤੇ ਉਹਨੂੰ ਜਾਪਿਆ ਜੇ ਹੁਣ ਵੀ ਘੜੀ ਖੁੰਝ ਗਈ ਤਾਂ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ। ਉਹ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ। ਚੰਗੀ ਤਰਕਾਲ ਪੈ ਗਈ। ਮਹਿਫਲ ਮੁੱਕਣ ਤੇ ਆ ਗਈ। ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਨੇ, ਜਿਸ ਦਿਨ ਗਾਉਣ ਬਿਠਾਉਂਦੇ ਨੇ। ਪਰ ਜਦੋਂ ਗਾਉਣ ਮੁੱਕਿਆ ਤਾਂ ਕਮਰੇ 'ਚ ਚਾਹ ਅਤੇ ਕਈ ਵੰਨ-ਸੁਵੰਨੀਆਂ ਮਠਿਆਈਆਂ ਆ ਗਈਆਂ ਤੇ ਸ਼ਾਹਣੀ ਨੇ ਮੁੱਠ 'ਚ ਵਲੇਟਿਆ ਹੋਇਆ 100 ਦਾ ਨੋਟ ਕੱਢ ਕੇ ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ ਤੇ ਫਿਰ ਉਹਨੂੰ ਫੜਾ ਦਿੱਤਾ ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ। ਰਹਿਣ ਦੇ ਸ਼ਾਹਣੀ, ਅੱਗੇ ਵੀ ਤੇਰਾ ਹੀ ਖਾਨੀ ਆ। ਉਹਨੇ ਅੱਗੋਂ ਜਵਾਬ ਦਿੱਤਾ ਤੇ ਹੱਸ ਪਈ। ਉਹਦਾ ਹਾਸਾ ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ। ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਭਾ 'ਚ ਸ਼ਾਹ ਨਾਲ ਆਪਣਾ ਸਬੰਧ ਜੋੜ ਕੇ ਉਹਦੀ ਹੱਤਕ ਕਰਤੀ ਹੋਵੇ। ਪਰ ਸ਼ਾਹਣੀ ਨੇ ਆਪਣਾ ਆਪ ਥੰਮ ਲਿਆ। ਇੱਕ ਜੇਰਾ ਜਿਹਾ ਕੀਤਾ ਕਿ ਉਹਨੇ ਅੱਜ ਹਾਰ ਨਹੀਂ ਖਾਣੀ ਤੇ ਜ਼ੋਰ ਦੀ ਹੱਸ ਪਈ। ਨੋਟ ਫੜਾਉਂਦੀ ਆਖਣ ਲੱਗੀ, ਸ਼ਾਹ ਕੋਲੋਂ ਤੇ ਤੂੰ ਨੇਤੀ ਲੈਨੀ ਏ, ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ? ਚੱਲ ਆ ਜਾ ਲੈ। ਤੇ ਸ਼ਾਹ ਦੀ ਕੰਜਰੀ 100 ਦੇ ਉਸ ਨੋਟ ਨੂੰ ਫੜਦੀ ਇੱਕੋ ਵਾਰ ਨਿਮਾਣੀ ਜਿਹੀ ਹੋ ਗਈ। ਕਮਰੇ 'ਚ ਸ਼ਾਹਣੀ ਦੀ ਧੋਤੀ ਦਾ ਸਗਨਾਂ ਵਾਲਾ ਗੁਲਾਬੀ ਰੰਗ ਫੈਲ ਗਿਆ।